ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ, ਤਾਕੋ ਅਚਰਜ ਕਾਹੂ। ਜਿਉ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉ ਢੁਰ ਮਿਲਿਓ ਜੁਲਾਹੋ। ਜੋ ਜਨ ਭਾਉ ਭਗਤ ਕਛ ਜਾਣੈ, ਤਾਕੋ ਅਚਰਜ ਕਾਹੋ। ਜਿਉ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉ ਢੁਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ। ਜੋ ਤਨ ਕਾਸੀ ਤਜਹਿ ਕਬੀਰਾ, ਰਮਈਆ ਕਹਾ ਨਿਹੋਰਾ। ਰਹਾਉ ਕਹਿਤ ਕਬੀਰ ਸੁਨ ਹੋਰੇ ਲੋਈ। ਭਰਮ ਨ ਭੁੱਲੋ ਕੋਈ, ਕਿਆ ਕਾਸੀ ਕਿਆ ਊਖਰ ਮਗਹਰ। ਰਾਮ ਹਿਰਦੈ ਜੋ ਹੋਈ, ਕਹਿਤ ਕਬੀਰ ਸੁਨ ਹੋਰੇ ਲੋਈ। ਭਰਮ ਨ ਭੁੱਲੋ ਕੋਈ, ਕਿਆ ਕਾਸੀ ਕਿਆ ਊਖਰ ਮਗਹਰ। ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ। ਹਰ ਕੇ ਲੋਗਾ, ਹਰ ਕੇ ਲੋਗਾ, ਹਰ ਕੇ ਲੋਗਾ, ਹਰ ਕੇ ਲੋਗਾ। ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ। ਵਾਹ ਵਾਹ। ਫਿਰ ਆਖੋ ਸਾਰੇ। ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ ਭੋਰਾ, ਮੈਂ ਤੋ ਮਤ ਕਾ ਭੋਰਾ। ਵਾਹ ਵਾਹ। ਸੰਗਤ ਜੀਓ, ਛਤਰ ਚਬਰ ਤਖਤ ਦੇ ਮਾਲਕ ਪਾਤਸ਼ਾਹ ਜੁਗੋ ਜੁਗ ਅਟਲ, ਲੋਕ ਪਰਲੋਕ ਸੁੱਖਾਂ ਦੇ ਦਾਤੇ, ਖੰਡਾਂ ਬ੍ਰਹਮੰਡਾਂ ਦੇ ਸੁਆਮੀ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਬਾਬਾ ਜੀ ਦੀ ਪਾਵਨ ਗੋਦ ਵਿੱਚ, ਉਹਨਾਂ ਦੇ ਸ਼ੋਭਨੀਕ ਦਰਬਾਰ ਦੇ ਵਿੱਚ, ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਜਿਤਨੇ ਵੀ ਆਣ ਜੁੜ ਬੈਠੇ ਸਭਨਾਂ ਨੂੰ ਜੀ ਆਇਆ। ਬਹੁਤ ਭਲਾ ਹੋਇਆ। ਵਾਢੀਆਂ ਦੇ ਦਿਨ ਹੋਣ ਦੇ ਬਾਵਜੂਦ, ਰੁਝੇਵਿਆਂ ਦੇ ਦਿਨ ਹੋਣ ਦੇ ਬਾਵਜੂਦ, ਗਰਮੀ ਕਾਫੀ ਪੈ ਰਹੀ ਹੈ, ਫਿਰ ਵੀ
ਤੁਸੀਂ ਦੇਸ਼ਾਂ ਤੋਂ ਵੀ, ਦੇਸ਼ ਤੋਂ ਵੀ, ਵਿਦੇਸ਼ਾਂ ਤੋਂ ਵੀ, ਪੰਜਾਬ ਦੇ ਵੱਖਰਿਆਂ ਵੱਖਰਿਆਂ ਪਿੰਡਾਂ ਤੋਂ, ਥਾਵਾਂ ਤੋਂ, ਸ਼ਹਿਰਾਂ ਤੋਂ ਹੁਮ ਆ ਕੇ ਸਾਰੇ ਪਹੁੰਚੇ ਹੋ ਗੁਰੂ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ। ਔਰ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਦਾ ਜੋ ਪਾਵਨ ਫਰਮਾਨ ਸ੍ਰੀ ਮੁਖਵਾਕ, ਜੋ ਮਾਣਯੋਗ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਹੋਰਾਂ ਨੇ ਸਾਨੂੰ ਪਿਆਰ ਨਾਲ ਸਰਵਣ ਕਰਵਾਇਆ, ਆਪਣੀ ਚੱਲੀ ਆ ਰਹੀ ਸਥਾਨਕ ਮਰਿਆਦਾ ਦੇ ਅਨੁਸਾਰ ਉਸੇ ਪਾਵਨ ਸ਼ਬਦ ਦੀ ਆਪਾਂ ਫਿਰ ਇੱਥੇ ਵਿਚਾਰ ਕਰਿਆ ਕਰਦੇ ਹਾਂ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ। ਔਰ ਵਡਭਾਗੀ ਉਹ ਸੰਗਤਾਂ ਨੇ, ਉਹ ਵੀ ਨੇ ਜਿਹੜੀਆਂ ਭਾਵੇਂ ਇੱਥੇ ਨਹੀਂ ਪਹੁੰਚ ਸਕੀਆਂ, ਲੇਕਿਨ ਟੈਲੀਵਿਜ਼ਨ ਦੇ ਰਾਹੀਂ ਦੂਰ ਦੁਰਾਡੇ ਆਪੋ ਆਪਣੀ ਥਾਈਂ ਪੰਜਾਬ ਦੇ ਵਿੱਚ ਵੀ ਅਤੇ ਪ੍ਰਦੇਸ਼ਾਂ ਦੇ ਵਿੱਚ ਵੀ ਜੁੜੀਆਂ ਹੋਈਆਂ ਨੇ। ਟੈਲੀਵਿਜ਼ਨ ਦੇ ਰਾਹੀਂ, ਰੇਡੀਓ ਦੇ ਰਾਹੀਂ, ਹੋਰ ਸੰਚਾਰ ਸਾਧਨਾਂ ਦੇ ਰਾਹੀਂ। ਮੈਂ ਅਰਦਾਸ ਕਰਦਾ, ਕਾਮਨਾ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਵੇਲੇ ਦਾ ਵਿਚਾਰਿਆ ਹੋਇਆ ਬਚਨ ਗੁਰੂ ਪਾਤਸ਼ਾਹ ਦਾ ਸਾਡੇ ਸਭਨਾਂ ਦੇ ਹਿਰਦੇ ਵਿੱਚ ਵਸ ਜਾਏ। ਅੱਜ ਸਫਲ ਹੋ ਜਾਵੇ, ਸਾਰਾ ਜੀਵਨ ਸਫਲ ਹੋ ਜਾਵੇ। ਮੈਂ ਖੁਸ਼ਕਿਸਮਤ ਹਾਂ, ਹੁਣੇ ਹੀ ਅਜੇ ਵਾਪਸ ਗਏ ਸਾਂ ਜਦੋਂ ਫਿਰ ਆਵਾਜ਼ ਹੋਈ ਪੰਥ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ 3 ਤਾਰੀਖ ਨੂੰ ਪੰਥਕ ਇਕੱਠ ਸੀ। ਯਾਦ ਹੋਇਆ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੀ ਹੈ। ਅਮਰੀਕਾ ਤੋਂ, ਯੂਕੇ ਤੋਂ ਦੌੜ ਕੇ ਮੈਂ ਤੁਹਾਡੇ ਖਿਦਮਤ ਵਿੱਚ ਆਇਆ। ਮਾਣਯੋਗ ਸਿੰਘ ਸਾਹਿਬ ਨੇ ਕਿਰਪਾ ਕੀਤੀ, ਹੈਡ ਗ੍ਰੰਥੀ ਸਾਹਿਬ ਨੇ ਮਾਣ ਕੀਤਾ ਕਿ ਆਇਆ ਹੋਇਆਂ ਮੈਂ ਇੱਥੇ ਵੀ ਆਪ ਸੰਗਤਾਂ ਦੇ ਦਰਸ਼ਨ ਕਰ ਸਕਾਂ। ਸਭਨਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਧੰਨ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 692 ਪੰਨੇ 'ਤੇ ਇਹ ਪਵਿੱਤਰ ਮੁਬਾਰਕ ਸ਼ਬਦ ਹੈ, ਜੋ 2 ਪਦਾਂ 'ਤੇ ਆਧਾਰਿਤ ਹੈ। ਰਹਾਉ ਦੀਆਂ ਤੁਕਾਂ ਆਰੰਭ ਦੇ ਵਿੱਚ ਨਹੀਂ, ਵਿਚਕਾਰ ਨੇ ਪਹਿਲੇ ਪਦ ਤੋਂ ਬਾਅਦ। ਔਰ ਇਹ ਪਾਵਨ ਸ਼ਬਦ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਰਮ ਮਿੱਤਰ। ਮੈਂ ਤਾਂ ਜਿਸ ਵੇਲੇ ਵਿਚਾਰ ਕਰ ਰਿਹਾ ਸਾਂ, ਇੱਕ ਸਾਡਾ ਪੰਜਾਬੀ ਵਿੱਚ ਜਿਹੜਾ ਆਮ ਤੌਰ 'ਤੇ ਸ਼ਬਦ ਵਰਤਿਆ ਜਾਂਦਾ ਯਾਰ, ਜਾਰ ਜੱਜੇ ਨਾਲ ਨਹੀਂ ਹੈ। ਜਦੋਂ ਜਾਰ ਸ਼ਬਦ ਵਰਤਿਆ ਜਾਂਦਾ ਤਾਂ ਉਸ ਦਾ ਅਰਥ ਹੁੰਦਾ ਬਦਕਾਰ, ਮੰਦਕਰਮੀ ਪੁਰਸ਼, ਭੈੜੇ ਆਚਾਰ ਵਾਲਾ। ਇਹ ਹੈ ਯਾਰ। ਯਾਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਪਰਮੇਸ਼ਰ ਲਈ ਵੀ ਆਖਿਆ ਹੈ, ਗੁਰੂ ਲਈ ਵੀ ਆਖਿਆ ਹੈ, ਸਿੱਖ ਵਾਸਤੇ ਵੀ ਆਖਿਆ ਹੈ, ਮਿੱਤਰ ਲਈ ਵੀ ਆਖਿਆ ਹੈ। ਮਿੱਤਰ ਲਈ ਆਖਿਆ ਹੈ ਅਤੇ ਮੈਨੂੰ ਐਸਾ ਪ੍ਰਤੀਤ ਹੁੰਦਾ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਯਾਰ ਨੇ ਬਾਬਾ ਕਬੀਰ ਸਾਹਿਬ। ਉਹਨਾਂ ਦੇ ਯਾਰ ਨੇ ਬਾਬਾ ਰਵਿਦਾਸ ਜੀ, ਹੋਰ ਭਗਤ। ਕਿੰਨਾ ਪਿਆਰ ਕੀਤਾ ਹੋਵੇਗਾ ਜਦੋਂ ਸਤਿਗੁਰੂ ਮਹਾਰਾਜ ਮਗਹਰ ਪਹੁੰਚੇ ਨੇ ਆਪ, ਪਹਿਲੀ ਪ੍ਰਚਾਰ ਫੇਰੀ ਵਿੱਚ, ਪਹਿਲੀ ਉਦਾਸੀ ਵਿੱਚ। ਅਤੇ ਕਬੀਰ ਜੀ ਉਸ ਵੇਲੇ ਮਗਹਰ ਠਹਿਰੇ ਹੋਏ ਸਨ, ਜਿਸ ਦਾ ਅੱਜ ਨਾ ਹਵਾਲਾ ਦਿੰਦੇ ਪਏ ਨੇ ਆਪ। ਗੁਰੂ ਸਾਹਿਬ ਨੂੰ ਕਿੰਨੇ ਤਪਾਕ ਨਾਲ ਮਿਲੇ, ਪਿਆਰ ਨਾਲ ਮਿਲੇ, ਫੁੱਬ ਕੇ ਮਿਲੇ। ਅਤੇ ਸਤਿਗੁਰੂ ਮਹਾਰਾਜ ਨੇ ਕਿੰਨਾ ਪਿਆਰ ਕੀਤਾ ਕਿ ਜਿੰਨੀ ਬਾਣੀ ਇਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਬਾਬਾ ਜੀ ਹੋਰਾਂ ਦੀ, ਬਾਬਾ ਕਬੀਰ ਜੀ ਦੀ, ਸਾਰੀ ਬਾਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਕਰ ਕਮਲਾਂ ਦੇ ਨਾਲ ਆਪਣੀ ਉਸੇ ਪੋਥੀ ਵਿੱਚ ਲਿਖ ਲਈ, ਜਿਸ ਪੋਥੀ ਵਿੱਚ ਆਪਣੀ ਰਚੀ ਹੋਈ ਬਾਣੀ ਨੋਟ ਕਰਦੇ ਚਲੇ ਜਾ ਰਹੇ ਸਨ। ਔਰ ਫਿਰ ਕਬੀਰ ਜੀ ਨੂੰ ਨਾਲ ਲੈ ਕੇ ਫਿਰ ਕਾਸ਼ੀ ਪਹੁੰਚੇ ਨੇ, ਜਿੱਥੇ ਬਾਬਾ ਰਵਿਦਾਸ ਜੀ ਹੋਣੀ ਬੜੀ ਬਿਰਧ ਅਵਸਥਾ ਵਿੱਚ ਮੌਜੂਦ ਸਨ। ਐਸਾ ਸਾਡੇ ਵਿਦਵਾਨ ਸੱਜਣ ਦੱਸਦੇ ਨੇ।
ਫਿਰ ਬਾਬਾ ਰਵਿਦਾਸ ਜੀ ਹੋਰਾਂ ਦੇ ਨਾਲ ਪਿਆਰ ਬਚਨ ਹੋਏ, ਉਹਨਾਂ ਦੀ ਬਾਣੀ ਵੀ ਦਰਜ ਕੀਤੀ, ਤੇ ਇਸੇ ਤਰ੍ਹਾਂ ਹੋਰ ਸਾਡੇ ਗੁਰੂ ਪਾਤਸ਼ਾਹ ਜੀ ਦੇ ਯਾਰ, ਉਹਨਾਂ ਦੇ ਪਿਆਰੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਇੰਨਾ ਪਿਆਰ ਕੀਤਾ, ਹਾਂਜੀ, ਯਾਰਾਨਾ ਇਸ ਪ੍ਰਕਾਰ ਦਾ ਨਿਭਾਇਆ ਵੀ ਜਿੱਥੇ ਆਪ ਬੈਠੇ ਉੱਥੇ ਨਾਲ ਉਹਨਾਂ ਨੂੰ ਵੀ ਬਿਠਾ ਲਿਆ। ਅਸੀਂ ਕਈ ਵਾਰੀ ਕਹਿੰਦੇ ਹਾਂ ਉਹਨਾਂ ਨੂੰ ਗੋਦ ਵਿੱਚ ਬਿਠਾ ਲਿਆ, ਮੈਂ ਕਹਿੰਦਾ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ। ਅੱਜ ਗੁਰੂ ਕਾ ਸਿੱਖ ਜਿਸ ਵੇਲੇ ਅਦਬ ਨਾਲ ਆਪਣੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਬਾਕੀ 9 ਸਰੂਪਾਂ ਨੂੰ ਯਾਦ ਕਰਦਾ ਹੈ, ਨਮਸਕਾਰ ਕਰਦਾ ਹੈ ਯਾਦ ਕਰਕੇ, ਤੇ ਬਾਬਾ ਰਵਿਦਾਸ ਜੀ ਹੋਰਾਂ ਨੂੰ ਯਾਦ ਨਹੀਂ ਕਰਦਾ ਭਲਾ? ਬਾਬਾ ਕਬੀਰ ਜੀ ਹੋਰਾਂ ਨੂੰ ਯਾਦ ਨਹੀਂ ਕਰਦਾ? ਜਾਂ ਕਿਤੇ ਵਿਤਕਰਾ ਰੱਖਦਾ, ਕਿਤੇ ਵਿੱਥ ਰੱਖਦਾ ਹੈ? ਨਹੀਂ। ਸੇ ਭਗਤ ਸਤਿਗੁਰ ਮਨ ਭਾਏ, ਔਰ ਜਿਹੜੇ ਮੇਰੇ ਸਤਿਗੁਰਾਂ ਦੇ ਮਨ ਭਾਗ ਆਏ ਨਾ, ਗੁਰੂ ਕੇ ਸਿੱਖਾਂ ਨੂੰ ਵੀ ਭਾਏ ਹੋਏ ਨੇ। ਗੁਰੂ ਕੇ ਸਿੱਖ ਵੀ ਉਸੇ ਹੀ ਪਿਆਰ ਦੇ ਨਾਲ ਸੁਣਿਆ ਕਰਦੇ ਨੇ। ਹੁਣ ਅੱਜ ਕੀ ਆਖਿਆ? ਕਹਿਣ ਲੱਗੇ ਹਰ ਕੇ ਲੋਗਾ ਰਹਾਉ ਦੀਆਂ ਪੰਗਤੀਆਂ ਵਿੱਚ। ਪ੍ਰਭੂ ਪਿਆਰਿਓ, ਮੈਂ ਤਾਂ ਮੱਤ ਕਾ ਭੋਰਾ, ਜਹਾਨ ਆਖਦਾ ਹੈ ਮੈਂ ਭੋਲੀ ਮੱਤ ਵਾਲਾ ਹਾਂ। ਆਪਾਂ ਭੋਲਾ ਕਿਹਨੂੰ ਆਖਦੇ ਹੁੰਦੇ ਆ? ਨਿਆਣੇ ਨੂੰ ਤਾਂ ਨਿਆਣਾ ਕਹਿੰਦੇ ਹੀ ਹਨ, ਤਾਂ ਸਾਰੇ ਮੰਨਦੇ ਨੇ ਨਿਆਣਾ ਭੋਲਾ ਹੈ। ਅਸੀਂ ਕਈ ਵਾਰੀ ਸਿਆਣਿਆਂ ਨੂੰ ਵੀ ਭੋਲੇ ਆਖਦੇ ਹਾਂ। ਕਿਉਂ ਆਖਦੇ ਭਲਾ? ਭੋਲੇ ਤੋਂ ਕੀ ਭਾਵ ਹੁੰਦਾ ਸਾਡਾ? ਇਹਦੀ ਮੱਤ ਨਿਆਣ ਮੱਤ ਹੈ, ਅਜੇ ਨਿਆਣਿਆਂ ਵਾਲੀ ਮੱਤ ਹੈ, ਨਿਊਣ ਮੱਤ ਹੈ, ਛੋਟੀ ਮੱਤ ਹੈ, ਥੋੜ੍ਹੀ ਮੱਤ ਹੈ, ਅਗਿਆਨੀ ਮੱਤ ਹੈ। ਉਸ ਤੋਂ ਭਾਵ ਹੈ ਭੋਲਾ। ਕਹਿੰਦੇ ਜਹਾਨ ਸਾਨੂੰ ਕਹਿ ਰਿਹਾ ਹੈ ਕਿ ਕਬੀਰ ਤਾਂ ਮੱਤ ਦਾ ਭੋਲਾ ਹੈ। ਹਰ ਕੇ ਲੋਗਾ ਮੈਂ ਤਾਂ ਮੱਤ ਕਾ ਭੋਰਾ, ਜੋ ਤਨ ਕਾਸ਼ੀ ਤਜਹੇ ਕਬੀਰਾ, ਰਮਈਆ ਕਹਾਂ ਨੇ ਹੋ ਰਾ। ਉਹਨੇ ਭੋਲਾ ਕੀ ਆਖਦਾ ਹੈ? ਬਾਬਾ ਕਬੀਰ ਕੀ ਆਖਦਾ ਹੈ? ਕਹਿੰਦੇ ਨੇ ਉਹ ਕਬੀਰਾ, ਜੋ ਤਨ ਕਾਸ਼ੀ ਤਰੇ ਤਜਹੇ ਕਬੀਰਾ, ਜੇ ਤੂੰ ਆਪਣਾ ਸਰੀਰ ਤਿਆਗ ਕਰੇ ਕਾਸ਼ੀ ਦੇ ਵਿੱਚ, ਕਾਸ਼ੀ ਵਿੱਚ ਜਿਹੜੀ ਸ਼ਿਵਪੁਰੀ ਆਖੀ ਜਾਂਦੀ ਸੀ, ਰਮਈਆ ਕਹਾਂ ਨਹੀਂ ਹੋ ਰਹਾ, ਤੇ ਕੋਈ ਇਹ ਮਾਣ ਕਰੇ ਵੀ ਮੈਂ ਉੱਥੇ ਸਰੀਰ ਤਿਆਗਿਆ ਤੇ ਮੈਂ ਮੁਕਤ ਹੋ ਗਿਆ। ਹੁਣ ਨਿਹੋਰਾ ਸ਼ਬਦ ਨੂੰ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਕਿਤ ਕੀਤਾ ਹੈ, ਗੁਰੂ ਨਾਨਕ ਸਾਹਿਬ ਨੇ, 5ਵੇਂ ਪਾਤਸ਼ਾਹ ਜੀ ਨੇ, 10ਵੇਂ ਪਾਤਸ਼ਾਹ ਜੀ ਨੇ, ਤੇ ਕਬੀਰ ਜੀ ਦੀ ਨਾ ਇਸ ਗੱਲ ਨੂੰ, ਇਸ ਰਮਜ਼ ਨੂੰ ਸਾਨੂੰ ਧਿਆਨ ਰੱਖ ਲੈਣਾ ਚਾਹੀਦਾ ਹੈ। ਜਿਵੇਂ ਅਸੀਂ ਪੰਜਾਬੀ ਵਿੱਚ ਕਹਿੰਦੇ ਆ ਨਾ, ਨਿਹੋਰੇ ਦਿੰਦਾ ਹੈ, ਨਿਹੋਰੇ ਦਿੰਦੀ ਹੈ, ਉਲਾਂਭੇ ਦੇਣੇ, ਉਲਾਂਭਾ ਨਹੀਂ ਹੈ ਇੱਥੇ। ਇੱਥੇ ਨਿਹੋਰਾ ਤਾਂ ਇਸ ਦਾ ਅਪੋਜ਼ਿਟ ਸ਼ਬਦ ਹੈ। ਵਡਿਆਈ ਕੀ ਹੈ ਉਸ ਦੀ? ਰਮਈਆ ਕਹਾਂ ਨਿਹੋਰਾ, ਕਹਾ ਤੋਂ ਭਾਵ ਹੈ ਕੀ? ਰਮਈਏ ਦਾ ਫਿਰ ਨਿਹੋਰਾ ਕੀ ਹੋਇਆ? ਨਿਹੋਰਾ ਤੋਂ ਭਾਵ ਹੈ ਨਮਨਾ, ਉਸ ਦੀ ਵਡਿਆਈ। ਫਿਰ ਵਾਹਿਗੁਰੂ ਜੀ ਦੀ ਵਡਿਆਈ ਕੀ ਹੈ ਕਿ ਜੇ ਕਾਸ਼ੀ ਵਿੱਚ ਮਰ ਕੇ ਹੀ ਕੋਈ ਮੁਕਤ ਹੋਇਆ। ਥੋੜ੍ਹਾ ਜਿਹਾ ਮੈਨੂੰ ਹੁਣ ਹਵਾਲਾ ਖੁਲਾਸਾ ਕਰਨਾ ਪਏਗਾ। ਸਨਾਤਨੀ ਵਿਚਾਰ ਹੈ ਕਿ ਕਾਸ਼ੀ ਸ਼ਿਵ ਜੀ ਦੀ ਵਸਾਈ ਹੋਈ ਹੈ, ਅਤੇ ਜਿਹੜਾ ਵਿਅਕਤੀ ਉੱਥੇ ਸਰੀਰ ਤਿਆਗਦਾ ਹੈ ਇਹ ਸ਼ਿਵਪੁਰੀ ਚਲਾ ਜਾਂਦਾ ਹੈ। ਬਾਅਦ ਵਿੱਚ ਐਸਾ ਵੀ ਵਿਚਾਰ ਆ ਗਿਆ, ਮਗਹਰ ਹੋਂਦ ਵਿੱਚ ਆਇਆ, ਅਤੇ ਮਗਹਰ ਦੇ ਬਾਬਤ ਇਹ ਖਿਆਲ ਪਸਾਰਿਆ ਗਿਆ, ਪ੍ਰਚਾਰਿਆ ਗਿਆ ਕਿ ਜਿਹੜਾ ਮਗਹਰ ਮਰਦਾ ਹੈ ਉਹ ਗਧੇ ਦੀ ਜੂਨ ਪੈਂਦਾ ਹੈ, ਉਹ ਗਧਾ ਬਣਦਾ। ਹੁਣ ਦੇਖੋ ਕਿੱਡੀ ਇਨਕਲਾਬੀ ਬਾਤ ਹੈ। ਬਾਬਾ ਕਬੀਰ ਆਖਦੇ ਨੇ ਕਿ ਧਰਤੀ ਤਾਂ ਇੱਕ ਸਮਾਨ ਹੈ, ਇੱਕ ਧਰਤੀ ਦੇ ਇੱਕ ਟੁਕੜੇ 'ਤੇ ਕੋਈ ਮਰੇ ਉਹ ਸ਼ਿਵਪੁਰੀ ਚਲਾ ਜਾਏ, ਭਾਵ ਮੁਕਤ ਹੋ ਜਾਵੇ। ਦੂਜੇ ਟੁਕੜੇ 'ਤੇ ਕੋਈ ਮਰੇ ਅਤੇ ਉਹ ਮੁਕਤ ਨਾ ਹੋਵੇ, ਉਹ ਗਧੇ ਦੀ ਜੂਨ ਵਿੱਚ ਪੈ ਜਾਵੇ, ਭਾਵੇਂ ਉਹ ਕਰਤਾਰ ਨਾਲ ਵੀ ਜੁੜਿਆ ਹੋਵੇ ਤਾਂ ਵੀ।
ਦੇਖਣਾ, ਧਿਆਨ ਕਰਨਾ। ਭਾਵੇਂ ਕਰਤਾਰ ਨਾਲ ਜੁੜਿਆ ਹੋਵੇ ਤਾਂ ਵੀ ਕਹਿੰਦੇ ਨਹੀਂ, ਇਹ ਨਹੀਂ ਗੱਲ ਹੈ, ਇਹ ਨਹੀਂ ਗੱਲ ਹੈ। ਕਰਤਾਰੀ ਵਡਿਆਈ ਦੀ ਤਾਂ ਫਿਰ ਆਪਣੀ ਵਡਿਆਈ ਹੈ ਨਾ, ਵਾਹਿਗੁਰੂ ਜੀ ਦੀ ਯਾਦ ਦੀ ਫਿਰ ਆਪਣੀ ਬਾਤ ਹੈ। ਉਸ ਦੇ ਨਾਲ ਜੁੜਿਆ ਜਾਵੇ ਜਿਹੜਾ ਇੱਕ ਧਰਤੀ ਨਹੀਂ, ਨਾ ਕਾਸ਼ੀ ਦਾ ਟੁਕੜਾ ਬਣਾਉਣ ਵਾਲਾ ਕੇਵਲ, ਨਾ ਮਗਹਰ ਦਾ ਟੁਕੜਾ ਬਣਾਉਣ ਵਾਲਾ ਕੇਵਲ, ਜਿਹੜਾ ਖੰਡਾਂ ਬ੍ਰਹਮੰਡਾਂ ਦਾ ਸੁਆਮੀ ਹੈ, ਸਾਰੀਆਂ ਧਰਤੀਆਂ ਬਣਾਉਣ ਵਾਲਾ, ਸਭ ਕੁਝ ਕਰਨ ਵਾਲਾ, ਜੇ ਕਿ ਉਹਦੀ ਯਾਦ ਵਿੱਚ ਜੁੜ ਪਵੇ ਤੇ ਫਿਰ ਇਸ ਵਿਚਾਰ ਦੀ ਕੋਈ ਥਾਂ ਰਹਿ ਜਾਂਦੀ ਹੈ ਵੀ ਇਹ ਧਰਤੀ ਵਧੇਰੇ ਪਵਿੱਤਰ ਹੈ ਤੇ ਇਹ ਧਰਤੀ ਘੱਟ ਪਵਿੱਤਰ ਹੈ ਜਾਂ ਅਪਵਿੱਤਰ ਹੈ। ਸਤਿਕਾਰਯੋਗ ਜੀ ਕਹਿੰਦੇ ਨੇ ਨਹੀਂ, ਗੱਲ ਐਵੇਂ ਬਣਦੀ ਹੀ ਨਹੀਂ ਹੈ, ਐਵੇਂ ਨਹੀਂ ਬਾਤ ਬਣਦੀ। ਮੇਰਾ ਪਰਮੇਸ਼ਰ ਬੜਾ ਬੇਅੰਤ ਹੈ, ਮੇਰਾ ਵਾਹਿਗੁਰੂ ਜੀ ਬੜਾ ਬੇਅੰਤ ਹੈ। ਜਿਹੜੇ ਲੋਕ ਪਰਮੇਸ਼ਰ ਨਾਲ ਜੁੜ ਜਾਂਦੇ ਨੇ, ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦੇ ਨੇ, ਕਰਤਾਰ ਨਾਲ ਜੁੜ ਜਾਂਦੇ ਨੇ, ਉਹ ਇੰਨੇ ਉੱਚੇ ਉੱਠ ਖੜਾਉਂਦੇ ਨੇ, ਉਹਨਾਂ ਦਾ ਹਿਰਦਾ ਇੰਨਾ ਨਿਰਮਲ ਹੋ ਜਾਂਦਾ ਹੈ, ਉਹ ਤਾਂ ਜੀਵਨ ਮੁਕਤ ਹੋ ਜਾਂਦੇ ਨੇ। ਜਲ ਤਰੰਗ ਜਿਉਂ ਜਲੇ ਸਮਾਇਆ, ਤਿਉਂ ਜੋਤੀ ਸੰਜੋਤ ਮਿਲਾਇਆ, ਕਹੋ ਨਾਨਕ ਭਰਮ ਕੱਟੇ ਕੀ ਵਾੜਾ। ਸਤਿਗੁਰਾਂ ਨੇ ਆਖਿਆ ਬੌਰ ਨਾ ਹੋਈਆਂ ਜਵਲਾ ਜੀਓ। ਮੈਂ ਫਿਰ ਨਾ, ਇਹ ਕੇਂਦਰੀ ਵਿਚਾਰ ਹੈ ਅੱਜ ਦਾ। ਸਾਰੇ ਭੈਣਾਂ ਨੂੰ, ਭਾਈਆਂ ਨੂੰ ਇਹ ਗੱਲ ਦ੍ਰਿੜ ਕਰ ਲੈਣੀ ਚਾਹੀਦੀ ਹੈ, ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ। ਧਰਤੀ ਦਾ ਕੋਈ ਟੁਕੜਾ ਇਤਿਹਾਸਕ ਟੁਕੜਾ ਹੈ, ਇਸ ਗੱਲ ਦੇ ਤਾਂ ਮਾਣ ਹੋਵੇਗਾ ਸਿੱਖਾਂ ਨੂੰ ਬਈ ਇੱਥੇ ਸਾਡੇ ਸਤਿਗੁਰਾਂ ਦੇ ਚਰਨ ਪਏ, ਇਸ ਸਥਾਨ 'ਤੇ ਪਏ, ਇਸ ਸਥਾਨ 'ਤੇ ਪਏ। ਪਰ ਗੁਰੂ ਕੇ ਸਿੱਖਾਂ ਨੂੰ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਕੇਵਲ ਧਰਤੀ ਪਵਿੱਤਰ ਹੈ, ਸਤਿਗੁਰੂ ਮਹਾਰਾਜ ਦੇ ਚਰਨ ਪਾਉਣ ਨਾਲ ਧਰਤੀ ਇਤਿਹਾਸਕ ਹੋ ਗਈ, ਸਥਾਨ ਇਤਿਹਾਸਕ ਹੋ ਗਿਆ, ਕਿਉਂਕਿ ਉਹ ਇੱਕ ਰਸ ਕਰਤਾਰ ਦੇ, ਇੱਕ ਕਰਤਾਰ ਦੇ ਨਾਲ ਇੱਕ ਰਸ ਹੋਏ ਹੋਏ ਸਨ, ਇੱਕ ਰੂਪ ਹੋਏ ਹੋਏ ਸਨ। ਪਰ ਧਰਤੀਆਂ ਤਾਂ ਸਾਰੀਆਂ ਸਮਾਨ ਨੇ, ਧਰਤੀਆਂ ਤਾਂ ਸਾਰੀਆਂ ਸਮਾਨ ਨੇ। ਔਰ ਜਿਸ ਵੇਲੇ ਕੋਈ ਸਿੱਖ, ਕੋਈ ਵਿਅਕਤੀ ਭਾਵੇਂ ਇੱਥੇ ਅੰਮ੍ਰਿਤਸਰ ਬੈਠਾ ਹੋਇਆ ਕਰਤਾਰ ਨਾਲ ਜੁੜ ਜਾਂਦਾ ਹੈ, ਤੇ ਭਾਵੇਂ ਵਿਦੇਸ਼ਾਂ ਦੇ ਵਿੱਚ, ਪ੍ਰਦੇਸ਼ਾਂ ਦੇ ਵਿੱਚ, ਹੁਣ ਗੱਲ ਨਾ ਸਮਝਣੀ ਸੌਖੀ ਹੋ ਜਾਵੇਗੀ ਨਾ। ਸਾਡੇ ਬਹੁਤ ਸਾਰੇ ਬੱਚੇ ਜਿਹੜੇ ਨੇ ਨਾ ਕੈਨੇਡਾ ਤੇ ਅਮਰੀਕਾ ਤੇ ਇੰਗਲੈਂਡ ਤੇ ਆਸਟ੍ਰੇਲੀਆ ਤੇ ਦੂਜੇ ਤੀਜੇ ਥਾਵਾਂ 'ਤੇ ਵੱਸਦੇ ਨੇ। ਉਹਨਾਂ ਨੂੰ ਪੁੱਛ ਕੇ ਵੇਖੋ ਕੀ ਫਰਕ ਹੈ ਭਲਾ, ਜਦੋਂ ਤੁਸੀਂ ਇੱਥੇ ਸੌ ਪੰਜਾਬ ਦੇ ਵਿੱਚ, ਤੇ ਜਦੋਂ ਹੁਣ ਤੁਸੀਂ ਆਸਟ੍ਰੇਲੀਆ ਵਿੱਚ ਹੋ ਜਾਂ ਅਮਰੀਕਾ 'ਚ ਬੈਠੇ ਹੋ, ਧਰਤੀ ਦਾ ਕੋਈ ਫਰਕ ਹੈਗਾ? ਹਾਲ ਕਿ ਉਹ ਧਰਤੀ 'ਤੇ ਝੰਡਾ ਜਿਨ੍ਹਾਂ ਦਾ ਝੁੱਲਦਾ ਹੈ ਨਾ, ਰਾਜਸੀ ਤੌਰ 'ਤੇ ਝੰਡਾ ਝੁੱਲਦਾ ਹੈ, ਉਹ ਸਿੱਖਾਂ ਦਾ ਝੰਡਾ ਨਹੀਂ ਹੈ, ਸਿੱਖ ਧਰਮ ਦਾ ਝੰਡਾ ਨਹੀਂ ਝੁੱਲਦਾ। ਲੇਕਿਨ ਜਦੋਂ ਉੱਥੇ ਵੀ ਸਿੱਖ ਗੁਰਦੁਆਰੇ ਬਣਾ ਕੇ, ਧਰਮ ਸਥਾਨ ਬਣਾ ਕੇ ਅੰਦਰ ਜੁੜ ਬੈਠਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਇੱਕ ਕਰਤਾਰ ਨਾਲ ਜੁੜ ਬੈਠਦੇ ਨੇ, ਉੱਥੇ ਸੁਰਤੀਆਂ ਪਵਿੱਤਰ ਨਹੀਂ ਹੁੰਦੀਆਂ ਭਲਾ? ਉੱਥੇ ਵੀ ਸੁਰਤੀਆਂ ਪਵਿੱਤਰ ਹੋ ਜਾਂਦੀਆਂ ਨੇ। ਅਮਰੀਕਾ ਦੇ ਵਿੱਚ ਵੀ ਜਿਹੜੇ ਜੁੜੇ ਹੋਏ ਨੇ ਉਹ ਮੁਕਤ ਹੋ ਸਕਦੇ ਨੇ। ਗੱਲ ਤਾਂ ਇਹ ਹੈ ਨਾ, ਭਾਵੇਂ ਕੋਈ ਪ੍ਰਦੇਸ਼ਾਂ ਵਿੱਚ ਵੀ ਰਹਿੰਦਾ ਹੋਵੇ, ਕਿਤੇ ਵੀ ਵੱਸਦਾ ਹੋਵੇ, ਪਰ ਉਸ ਦੀ ਸੁਰਤੀ ਜਿਹੜੀ ਹੈ ਨਾ, ਉਹ ਗੁਰੂ ਚਰਨਾਂ ਵਿੱਚ ਹੋਵੇ, ਪ੍ਰਭੂ ਚਰਨਾਂ ਵਿੱਚ ਹੋਵੇ। ਇਹ ਗੱਲ ਹੈ। ਇਸ ਖਿਆਲ ਨੂੰ ਮੈਂ ਐਸਾ ਪ੍ਰਤੀਤ ਕਰਦਾ, ਮਾਣਯੋਗ ਬਾਬਾ ਜੀ ਹੋਰਾਂ ਨੇ ਦ੍ਰਿੜ ਕਰਵਾਇਆ, ਅਤੇ ਇਸ ਖਿਆਲ ਨੂੰ ਸਤਿਗੁਰੂ ਮਹਾਰਾਜ ਆਪ ਪ੍ਰਚਾਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਦਸੇ ਪਾਤਸ਼ਾਹੀਆਂ ਆਪ ਪ੍ਰਚਾਰਦੀਆਂ ਨੇ। ਇਸ ਲਈ ਉਹਨਾਂ ਨੇ ਪਿਆਰ ਦੇ ਨਾਲ ਇਹ ਸ਼ਬਦ ਨੋਟ ਕੀਤਾ ਅਤੇ ਨੋਟ ਕਰਕੇ ਸਾਡੀ ਝੋਲੀ ਵਿੱਚ ਪਾਇਆ। ਸਤਿਕਾਰਯੋਗ ਬਾਬਾ ਕਬੀਰ ਜੀ ਫਿਰ ਇੱਥੋਂ ਸ਼ੁਰੂ ਕਰਦੇ ਨੇ। ਹੁਣ ਤੁਸਾਂ ਨੇ ਧਿਆਨ ਕਰਨਾ ਸਾਰਿਆਂ ਨੇ, ਕਿਹੜੀ ਕਿਹੜੀ ਗੱਲ ਸਾਨੂੰ ਸਮਝਾਉਂਦੇ ਨੇ। ਆਓ ਸਾਰੇ ਰਸਨਾ ਪਵਿੱਤਰ ਕਰੋ। ਭਾਈ ਸਾਹਿਬ ਹੋਰਾਂ ਨੂੰ, ਭਾਈ ਬਲਵੰਤ ਸਿੰਘ ਹੋਰਾਂ ਨੂੰ ਬੇਨਤੀ ਹੈ, ਕਿਰਪਾ ਕਰੋ ਇੱਕ ਵਾਰ ਫਿਰ ਪਿਆਰ ਨਾਲ ਸਾਨੂੰ ਸ਼ਬਦ ਸਰਵਣ ਕਰਵਾਓ। ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੋ।
ਰਹਾਉ ਦੀਆਂ ਪੰਕਤੀਆਂ ਜਿਸ ਵੇਲੇ ਅਸੀਂ ਪਹਿਲਾਂ ਵਿਚਾਰ ਲਈਆਂ ਨਾ, ਖਿਆਲ ਜੇ ਸਾਡੀ ਪਕੜ ਵਿੱਚ ਆ ਗਿਆ, ਸਾਨੂੰ ਸੌਖਾ ਹੋ ਜਾਏਗਾ ਸਮਝਣਾ। ਨਹੀਂ ਤਾਂ ਸਾਰਿਆਂ ਨੂੰ ਲੱਗੇਗਾ ਵੀ ਇਹ ਤਾਂ ਬਾਤ ਬੜੀ ਅਸਚਰਜ ਹੈ, ਇਹ ਤਾਂ ਬਾਤ ਬੜੀ ਅਸਚਰਜ ਹੈ, ਇਵੇਂ ਕਿਵੇਂ ਹੋ ਸਕਦਾ ਭਲਾ। ਹੁਣ ਇਸ ਗੱਲ ਨੂੰ ਦੂਜੇ ਰੂਪ 'ਚ ਹੋਰ ਸਮਝਿਆ ਜਾ ਸਕਦਾ। ਜਿਵੇਂ ਵਰਨ ਵੰਡ ਸੀ ਅਤੇ ਇਹ ਵਰਨ ਵੰਡ ਦੇ ਸ਼ਿਕਾਰ ਸਨ ਲੋਕ। ਇੱਕ ਉੱਚ ਸ਼੍ਰੇਣੀ ਵਾਲਾ ਕੁਲੀਨ ਜਿਹਨੂੰ ਆਖਿਆ ਜਾਂਦਾ ਸੀ ਬ੍ਰਾਹਮਣ ਪੁੱਤਰ, ਅਤੇ ਦੂਸਰਾ ਜਿਹੜਾ ਸਭ ਤੋਂ ਥੱਲੇ ਸੀ ਸ਼ੂਦਰ ਪੁੱਤਰ। ਹਾਂਜੀ, ਜਿਹੜਾ ਸਭ ਤੋਂ ਹੇਠਲੇ ਦਰਜੇ ਦਾ ਬਣਾ ਕੇ ਰੱਖਿਆ ਹੋਇਆ ਸੀ। ਇਹ ਕਿਵੇਂ ਆਖਿਆ ਜਾਵੇਗਾ ਵੀ ਜੈਸਾ ਬ੍ਰਾਹਮਣ ਹੈ ਵੈਸਾ ਹੀ ਜੁਲਾਹਾ ਹੈ? ਇਹ ਕਿਵੇਂ ਆਖਿਆ ਜਾਵੇਗਾ, ਕਿਵੇਂ ਮੰਨਿਆ ਜਾਵੇਗਾ? ਗੱਲ ਅਸਚਰਜ ਲੱਗੇਗੀ ਨਾ, ਇਵੇਂ ਹੋ ਨਹੀਂ ਸਕਦਾ। ਔਰ ਇਸੇ ਕਰਕੇ ਵਿਰੋਧ ਹੋਇਆ। ਬਈ ਬ੍ਰਾਹਮਣ ਬ੍ਰਾਹਮਣ ਹੈ ਅਤੇ ਰਵਿਦਾਸ ਰਵਿਦਾਸ ਹੈ, ਦੋਹਾਂ ਵਿੱਚ ਬਰਾਬਰੀ ਕਿਵੇਂ ਹੋਵੇਗੀ? ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਉਹ ਤੇ ਉੱਤਮ ਗਣੋ ਚੰਡਾਲਾ, ਨਾਨਕ ਜੇ ਮਨ ਵਸੇ ਗੋਪਾਲਾ। ਗੋਪਾਲ ਵਸਦਾ ਹੈ ਤੇ ਕੋਈ ਚੰਡਾਲ ਚੰਡਾਲ ਦੀ, ਉਹ ਵੀ ਬ੍ਰਾਹਮਣ ਹੈ। ਕਦੀ ਸਤਿਕਾਰਯੋਗ ਬਾਬਾ ਕਬੀਰ ਜੀ ਨੇ ਵੀ ਆਖਿਆ ਸੀ ਨਾ, ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ तो आन बाट काहे नहीं आया, तुम कत ब्राह्मण हम कत सूद, हम कत लो तुम कत दूध। कहो कबीर जो ब्रह्म विचार है सो ब्राह्मण कईयत है हमारा। ब्राह्मण वो है, सतगुरु जिवें कहंदे ने ब्रह्म बिंद है तिसदा ब्रह्मतरा है, जिहड़ा ब्रह्म की पछाण करता है जानता है। हुण छेती छेती ना बंदियां नूं समझ नहीं आउंदी, वर्ण वंड विच खड़ोतियां होयां नूं जाति अभिमानी बंदियां नूं समझ नहीं आउंदी। ते कबीर साहब समझाउंदे ने, फिर कहंदे ने जो जन भाओ भगत कछ जाना है, जिहड़ा कुछ भी थोड़ी भी भगती जानदा है, जिहड़ा प्रेम जानदा है, तांको अचरज काहो। ਉਹਦੇ ਵਾਸਤੇ ਕਾਹਦਾ ਅਸਚਰਜ ਹੈ? ਉਸ ਦੇ ਵਾਸਤੇ ਕੋਈ ਅਸਚਰਜਤਾ ਨਹੀਂ ਹੈ। ਬਈ ਇਸ ਵਿੱਚ ਕੋਈ ਅਸਚਰਜਤਾ ਹੈ ਕਿ ਜਿਸ ਪੜਾਅ 'ਤੇ ਕੋਈ ਬ੍ਰਾਹਮਣ ਖੜੋਤਾ ਹੈ, ਉਸ ਪੜਾਅ 'ਤੇ ਉਸ ਪੱਧਰ 'ਤੇ ਕੋਈ ਜੁਲਾਹਾ ਵੀ ਖੜੋ ਸਕਦਾ ਹੈ। ਉਹਦੇ ਵਾਸਤੇ ਕੀ ਅਸਚਰਜ ਹੈ? ਜਿਹੜਾ ਗੱਲ ਨੂੰ ਸਮਝ ਸਕਦਾ ਹੈ, ਜਿਸ ਦੇ ਅੰਦਰ ਪ੍ਰੇਮਾ ਭਗਤੀ ਹੈ ਪਰਮੇਸ਼ਰ ਦੀ। ਫਿਰ ਸਤਿਕਾਰਯੋਗ ਜੀ ਨੇ ਇੱਕ ਉਦਾਹਰਨ ਦੇ ਦਿੱਤੀ ਅੱਗੇ, ਕੀ ਜੀ? ਜਿਉ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉ ਢੁਰ ਮਿਲਿਓ ਜੁਲਾਹੋ। ਫਿਰ ਉਦਾਹਰਨ ਦਿੱਤੀ ਖੂਬਸੂਰਤ ਹੈ। ਕਹਿੰਦੇ ਨੇ ਪੰਜਾਂ ਤੱਤਾਂ ਦਾ ਜਿਵੇਂ ਉਹ ਬਣਿਆ, ਦੂਜਾ ਵੀ ਪੰਜਾਂ ਤੱਤਾਂ ਦਾ ਬਣਿਆ ਹੈ। ਇਸੇ ਤਰ੍ਹਾਂ ਗੱਲ ਨੂੰ ਸਮਝੋ, ਜਿਵੇਂ ਪਾਣੀ ਪਾਣੀ ਹੈ, ਇੱਥੋਂ ਦਾ ਵੀ ਪਾਣੀ ਅਤੇ ਉੱਥੋਂ ਦਾ ਵੀ ਪਾਣੀ। ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਪਾਣੀ ਪਾਣੀ ਦੇ ਵਿੱਚ ਮਿਲ ਜਾਵੇ, ਜਲ ਦਾ ਕਟੋਰਾ ਦੂਜੇ ਜਲ ਦੇ ਵਿੱਚ ਕਟੋਰੇ ਦੇ ਵਿੱਚ ਪਾ ਦਿੱਤਾ ਜਾਵੇ, ਤੇ ਪਾਣੀ ਨੂੰ ਕੋਈ ਭਿੰਨ ਕਰ ਸਕਦਾ? ਫਿਰ ਹਾਂਜੀ, ਕਿਵੇਂ ਕਿਹਾ ਜਾਵੇਗਾ ਪਾਣੀ ਨੂੰ ਭਿੰਨ ਕੀਤਾ ਜਾ ਸਕਦਾ? ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰੂ ਨਿਰਵੈਰ ਵਿੱਚ, ਗੁਰੂ ਪ੍ਰਸੰਗ ਦੇ ਵਿੱਚ, ਪ੍ਰਭੂ ਪ੍ਰਸੰਗ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ ਵੀ ਨਿਰਵੈਰ ਸਤਿਗੁਰੂ, ਨਿਰਵੈਰ ਪਾਤਸ਼ਾਹ ਮਹਾਰਾਜ ਨੇ ਜਿਹੜੇ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦਾ ਜਿਹੜਾ ਪਾਤਰ ਹੋ ਜਾਂਦਾ ਹੈ ਨਾ, ਭਾਵੇਂ ਗੰਦਾ ਪਾਣੀ ਵਰਗਾ ਹੀ ਕਿਉਂ ਨਾ ਹੋਵੇ, ਨਾਲੀਆਂ ਦੇ ਪਾਣੀ ਵਰਗਾ, ਟੋਭਿਆਂ ਦੇ ਪਾਣੀ ਵਰਗਾ, ਹਾਂਜੀ, ਮੀਂਹ ਪਿਆ ਛਮਾ ਛਮਾ ਕਰਕੇ ਅਤੇ ਛੱਤਾਂ ਤੋਂ ਗੰਦਲਾ ਪਾਣੀ ਉਤਰਿਆ, ਲੇਕਿਨ ਜਾ ਕੇ ਮਿਲ ਗਿਆ ਨਿਰਮਲ ਜਲ ਦੇ ਵਿੱਚ, ਫਿਰ ਕੋਈ ਉਹਨੂੰ ਭਿੰਨ ਕਰ ਸਕੇਗਾ? ਗੁਰੂ ਪਰਮੇਸ਼ਰ ਵੀ ਇਵੇਂ ਕਿਰਪਾ ਕਰਦਾ ਹੈ, ਅਭੇਦ ਕਰ ਦਿੰਦਾ ਹੈ। ਜਿਹੜੀ ਸੁਰਤੀ, ਜਿਹੜੀ ਗਲੀ, ਜਿਹੜਾ ਨਾਲਾ, ਜਿਹੜਾ ਟੋਭਾ, ਗੁਰੂ ਪਰਮੇਸ਼ਰ ਵੱਲ ਸੁਰਤੀ ਕਰਕੇ ਚੱਲਦਾ ਹੈ। ਜਿਹੜਾ ਸਮੁੰਦਰ ਵਿੱਚ ਅਭੇਦ ਹੋਣਾ ਚਾਹੁੰਦਾ ਹੈ, ਸਮੁੰਦਰ ਉਸ ਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਕੋਈ ਅਸਚਰਜਤਾ ਵਾਲੀ ਬਾਤ ਹੀ ਨਹੀਂ ਰਹਿ ਜਾਂਦੀ। ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉਂ ਢੁਰ ਮਿਲਿਓ ਜੁਲਾਹੋ।
ਇਵੇਂ ਜੁਲਾਹਾ ਵੀ ਜਿਹੜਾ ਨਾ ਢੁਰ ਮਿਲਿਆ, ਵਹਿ ਕੇ ਮਿਲ ਗਿਆ, ਭੇਦ ਹੋ ਗਿਆ, ਲੋਕਾਂ ਨੂੰ ਸਮਝ ਨਹੀਂ ਆਈ ਸੀ। ਅਕਸਰ ਨਾ ਅਸੀਂ ਇਹ ਬਚਨ ਦੁਹਰਾਇਆ ਕਰਦੇ ਹਾਂ, ਹਮ ਨਿਰਧਨ ਜਿਉ ਇਹ ਧਨ ਪਾਇਓ, ਮਰਤੇ ਫੂਟ ਗੁਮਾਨੀ। ਧਨੀ ਲੋਕ ਔਖੇ ਹੁੰਦੇ ਨੇ ਸਾਡੇ ਤੇ, ਬਈ ਇਹਦੇ ਚਿਹਰੇ ਤੇ ਜਲਾਲ ਕਿਹੜੀ ਗਲਦਾ ਹੈ, ਭੁੱਖਾ ਨੰਗਾ ਜਿਹਾ ਜਲਾਹਾ ਏ, ਇਹ ਚੜ੍ਹਦੀ ਕਲਾ ਵਿੱਚ ਕਿਵੇਂ ਰਹਿੰਦਾ ਹੈ, ਇਹਦੇ ਵਿੱਚ ਖੁਦਦਾਰੀ ਕਿਉਂ ਹੈਗੀ ਹੈ, ਜੁਲਾਹੇ ਵਿੱਚ ਖੁਦਦਾਰੀ ਕਿਉਂ ਆ ਸਕਦੀ ਹੈ। ਹਾਂਜੀ, ਪਰ ਕਬੀਰ ਕਹਿੰਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਢੁਰ ਮਿਲਿਓ ਜੁਲਾਹੋ, ਕਿ ਜੁਲਾਹਾ ਤਾਂ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਿਆ ਸੁਰਤੀ ਕਰਕੇ। ਤੁਸੀਂ ਤਨ ਦੀ ਗੱਲ ਕਰਦੇ ਹੋ, ਅਸੀਂ ਸੁਰਤੀਆਂ ਦੀ ਗੱਲ ਕਰਦੇ ਹਾਂ, ਤੁਸੀਂ ਸਰੀਰ ਦੀ ਗੱਲ ਕਰਦੇ ਪਏ ਹੋ। ਹਰ ਸਤਿਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਨਾ ਸੁਰਤੀਆਂ ਕਰਕੇ ਉੱਚਾ ਫਿਰ ਉਠਾਉਂਦੇ ਨੇ। ਹਾਂਜੀ, ਔਰ ਮੈਨੂੰ ਇਹ ਮਾਨ ਨਾਲ ਨਹੀਂ ਕਹਿਣਾ ਚਾਹੀਦਾ, ਕਿਸੇ ਹੋਰ ਥਾਂ 'ਤੇ ਵਿਤਕਰਾ ਹੋਵੇ ਤੇ ਭਾਵੇਂ ਹੋਵੇ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਵਿਤਕਰਾ ਨਹੀਂ ਹੈਗਾ, ਇੱਥੇ ਵਿਤਕਰਾ ਨਹੀਂ ਹੋ ਸਕਦਾ। ਜਿਸ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਜੁਲਾਹੇ ਨੂੰ, ਇੱਕ ਛੀਂਬੇ ਨੂੰ, ਇੱਕ ਚਮਾਰ ਨੂੰ, ਹੁਣ ਮੈਨੂੰ ਕਿਵੇਂ ਗੱਲ ਸਮਝਾਈ ਜਾ ਸਕਦੀ ਹੈ, ਮੈਂ ਕਿਵੇਂ ਸਮਝਾਵਾਂ ਦੱਸੋ, ਕਿਵੇਂ ਐਕਸਪਲੇਨ ਕਰਾਂ ਮੈਂ। ਜਿਨ੍ਹਾਂ ਨੂੰ ਕੋਈ ਧਰਮ ਸਥਾਨ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੰਦਾ ਸੀ, ਉਹਨੂੰ ਆਪਣੇ ਯਾਰ ਬਣਾ ਕੇ ਕੋਲ ਬਿਠਾ ਲਿਆ। ਔਰ ਅਸੀਂ ਸਾਰੇ ਫਿਰ ਬੜੇ ਮਾਣ ਨਾਲ ਆਖਦੇ ਹਾਂ, ਨੀਚਾ ਅੰਦਰ ਨੀਚ ਜਾਤ। ਆਖੋ ਸਾਰੇ, ਨੀਚਾ ਅੰਦਰ, ਬੋਲੋ ਤਕੜੇ ਹੋ ਕੇ। ਉਲਾਂਭੇ ਮਿਲਦੇ ਨੇ ਸਾਨੂੰ ਵੀ, ਗੁਰੂ ਕੇ ਸਿੱਖਾਂ ਨੂੰ ਵੀ ਉਲਾਂਭੇ ਮਿਲਦੇ ਨੇ ਕਿਤੇ ਨਾ ਕਿਤੇ, ਇਹ ਵੀ ਊਚ ਨੀਚ ਰੱਖਦੇ ਨੇ। ਇਸ ਲਈ ਤਕੜੇ ਹੋ ਕੇ ਬੋਲੋ ਸਾਰੇ, ਦ੍ਰਿੜ ਕਰੀਏ। ਮੈਂ ਜਿਹੜਾ ਬਚਨ ਕੀਤਾ, ਗੁਰੂ ਨਾਨਕ ਦੇ ਘਰ ਦੇ ਵਿੱਚ ਵਿਤਕਰਾ ਨਹੀਂ ਹੋ ਸਕਦਾ, ਤੇ ਫਿਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਜੇ ਸਿੱਖ ਹੋ ਕੇ ਕੋਈ ਗੁਰੂ ਨਾਨਕ ਸਾਹਿਬ ਜੀ ਦਾ ਤੇ ਵਿਤਕਰੇਬਾਜ਼ੀ ਕਰਦਾ ਹੈ, ਜਾਤੀ ਭੇਦ ਰੱਖਦਾ ਹੈ, ਸਮਝ ਲੈਣਾ ਅਜੇ ਤੱਕ ਉਹਨੇ ਸਿੱਖੀ ਨੂੰ ਨਹੀਂ ਸਮਝਿਆ, ਉਹ ਅਗਿਆਨਤਾ ਵਿੱਚ ਠੇਡੇ ਖਾਂਦਾ ਫਿਰਦਾ ਹੈ। ਗੁਰੂ ਨਾਨਕ ਹੋਰ ਕਹਿ ਰਹੇ ਨੇ ਸਾਹਿਬ ਸੱਚੇ ਪਾਤਸ਼ਾਹ, ਉਹ ਕਿਤੇ ਹੋਰ ਤੁਰਿਆ ਫਿਰਦਾ, ਭਟਕਿਆ ਫਿਰਦਾ ਉਹ। ਬੋਲੋ ਸਾਰੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ। ਨਾਨਕ ਉਹਨਾਂ ਦਾ ਸੰਗੀ ਸਾਥੀ ਹੈ। ਕਿਹਨਾਂ ਦਾ ਸੰਗੀ ਸਾਥੀ ਹੈ? ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ। ਵਾਹ ਵਾਹ, ਮੈਨੂੰ ਖਿਮਾ ਕਰਨਾ, ਮੈਂ ਹੱਥ ਜੋੜ ਕੇ ਆਖਦਾ, ਅਸੀਂ ਅੰਦਰ ਜਾਂਦੇ ਹਾਂ ਦਰਸ਼ਨ ਕਰਨ ਵਾਸਤੇ, ਹੈ ਇਸ ਪਾਸੇ ਜਦੋਂ ਜਾਓਗੇ ਤੇ ਘੁੰਮ ਕੇ ਆਵਾਂਗੇ ਨਾ, ਅਸੀਂ ਪਰਿਕਰਮਾ ਕਰਕੇ ਆਵਾਂਗੇ, ਤੇ ਇੱਥੇ ਪਰਿਕਰਮਾ ਤੇ ਇਸ ਦਰਵਾਜ਼ੇ ਵਿੱਚ ਆਉਣ ਤੋਂ ਪਹਿਲਾਂ ਦੁੱਖ ਭੰਜਨੀ ਬੇਰੀ ਸਿਰਫ ਸੱਜੇ ਹੱਥ ਆਉਂਦੀ ਹੈ, ਤੇ ਖੱਬੇ ਪਾਸੇ ਕੀ ਆਉਂਦਾ ਭਲਾ? ਧਿਆਨ ਕੀਤਾ ਜੇ? ਬੁੰਗਾ। ਜਿਸ ਬੁੰਗੇ ਨੂੰ ਰਾਮਗੜੀਆ ਬੁੰਗਾ ਆਖਿਆ ਜਾਂਦਾ ਹੈ, ਇਹ ਬੁੰਗਾ ਕਿਸ ਨੇ ਬਣਾਇਆ? ਹੁਣ ਫਿਰ ਮੈਨੂੰ ਆਗਿਆ ਦੇਣੀ ਹੈ ਗੱਲ ਨੂੰ ਸਮਝਾਉਣ ਵਾਸਤੇ। ਕਿਸੇ ਬ੍ਰਾਹਮਣ ਨੇ ਨਹੀਂ ਬਣਾਇਆ ਇਹ ਬੁੰਗਾ, ਕਿਸੇ ਹੋਰ ਨੇ ਨਹੀਂ ਬਣਾਇਆ। ਇਹ ਬੁੰਗਾ ਉਸਨੇ ਬਣਾਇਆ ਜਿੰਦੇ ਵੱਡ ਵਡੇਰਿਆਂ ਨੂੰ ਠੋਕਾ ਆਖਿਆ ਜਾਂਦਾ ਸੀ, ਤਰਖਾਣ ਆਖਿਆ ਜਾਂਦਾ ਸੀ, ਜਿਨ੍ਹਾਂ ਦੇ ਵੱਡ ਵਡੇਰਿਆਂ ਦੇ ਕੋਲ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾ ਕੇ ਪਹਿਲਾਂ, ਸਭ ਤੋਂ ਪਹਿਲਾਂ, ਫਸਟ ਆਫ ਆਲ, ਜਿਸ ਵੇਲੇ ਪ੍ਰਚਾਰਕ ਦੌਰਿਆਂ 'ਤੇ ਤੁਰੇ ਨੇ ਤੇ ਸੈਦਪੁਰ ਪਹੁੰਚ ਕੇ ਲਾਲੋ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਸੀ। ਉਹਨਾਂ ਦਾ ਵੰਸ਼ਜ ਕੌਣ ਸੀ ਭਲਾ ਬੁੰਗਾ ਬਣਾਉਣ ਵਾਲਾ? ਸਰਦਾਰ ਜੱਸਾ ਸਿੰਘ ਰਾਮਗੜੀਆ। ਰਾਮਗੜੀਆ ਕੋਈ ਕੌਮ ਨਹੀਂ, ਕੋਈ ਬਰਾਦਰੀ ਨਹੀਂ ਹੈਗੀ। ਰਾਮਗੜ੍ਹ ਗੁਰੂ ਖਾਲਸੇ ਨੇ ਇੱਥੇ 1747 ਵਿੱਚ ਰਾਮ ਰੌਣੀ ਪਹਿਲਾ ਨਾਮ ਦੀ ਹਵੇਲੀ ਬਣਾਈ ਛੋਟੀ ਜੀ, ਫਿਰ ਉਹਨੂੰ ਪੱਕਾ ਕੀਤਾ ਗਿਆ, ਰਾਮਗੜ੍ਹ ਕਿਲ੍ਹਾ ਬਣਾਇਆ ਗਿਆ, ਅਤੇ ਸਰਦਾਰ ਜੱਸਾ ਸਿੰਘ ਹੋਰਾਂ ਨੂੰ ਉੱਥੋਂ ਦਾ ਮੋਹਤਬਰ ਬਣਾ ਦਿੱਤਾ, ਜ਼ਿੰਮੇਵਾਰ ਬਣਾ ਦਿੱਤਾ, ਕਿਲ੍ਹੇਦਾਰ ਬਣਾ ਦਿੱਤਾ। ਹੁਣ ਇਹ ਕਿੱਥੋਂ ਵਾਲੇ ਜੱਸਾ ਸਿੰਘ? ਕਿਉਂਕਿ ਉਹਨਾਂ ਸਮਿਆਂ ਵਿੱਚ ਇੱਕ ਆਲੂਵਾਲੀਆ ਵੀ ਜੱਸਾ ਸਿੰਘ ਸਨ। ਜੱਸਾ ਸਿੰਘ ਇੱਕ ਆਲੂਵਾਲ ਵਾਲਾ
ਦੂਜਾ ਜੱਸਾ ਸਿੰਘ ਰਾਮਗੜ੍ਹ ਵਾਲਾ, ਉਹ ਆਲੂਵਾਲ ਵਾਲਾ ਆਲੂਵਾਲੀਆ ਹੋ ਗਿਆ, ਇਹ ਰਾਮਗੜ੍ਹ ਵਾਲਾ ਰਾਮਗੜ੍ਹੀਆ ਹੋ ਗਿਆ, ਸਰਦਾਰ ਜੀ ਰਾਮਗੜ੍ਹੀਆ ਹੋ ਗਏ। ਮੈਂ ਚੇਤੇ ਇਸ ਲਈ ਕਰਵਾ ਰਿਹਾ ਕਿ ਉਹਨਾਂ ਦੀ 299 ਸਾਲ ਹੋ ਗਏ ਨੇ ਉਹਨਾਂ ਨੂੰ ਜਨਮ ਲਿਆ ਹੋਇਆ ਹਾਂ। 1723 ਦੇ ਵਿੱਚ ਕੱਲ੍ਹ 5 ਮਈ ਨੂੰ ਉਹਨਾਂ ਦਾ ਜਨਮ ਹੋਇਆ ਸੀ, ਅਤੇ ਆਉਂਦੇ ਸਾਲ 5 ਮਈ ਨੂੰ 3 ਸ਼ਤਾਬਦੀਆਂ ਹੋ ਜਾਣੀਆਂ ਨੇ, ਅਤੇ ਤੀਜੀ ਜਨਮ ਸ਼ਤਾਬਦੀ ਜਿਹਨੂੰ ਕਿਹਾ ਜਾਂਦਾ ਹੈ, ਅਸਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਬੜੇ ਚਾਅ ਦੇ ਨਾਲ ਅਸਾਂ ਨੇ ਮਨਾਉਣੀ ਹੈ, ਮਨਾਉਣੀ ਅਸਾਂ ਨੇ। ਹੁਣ ਫਿਰ ਆਖਿਆ ਜਾਵੇਗਾ ਜਿਨ੍ਹਾਂ ਘਰਾਂ ਵਿੱਚ ਜਾ ਕੇ ਲਾਲੋ ਵਰਗਿਆਂ ਦੇ ਘਰ ਜਾ ਕੇ ਮਹਾਰਾਜ ਗੁਰੂ ਨਾਨਕ ਬੈਠਦੇ ਨੇ, ਉਹ ਭਲਾ ਸ਼ੂਦਰ ਰਹੇ, ਉਹ ਅਛੂਤ ਰਹੇ, ਕਿਸੇ ਮਲਕ ਨੂੰ ਚੰਗੇ ਨਾ ਲੱਗਦੇ ਹੋਣ, ਕਿਸੇ ਜਾਤੀ ਅਭਿਮਾਨੀ ਨੂੰ, ਅਤੇ ਇਹ ਉਹਨਾਂ ਦੀ ਗੱਲ ਹੈ ਨਾ। ਲੇਕਿਨ ਗੁਰੂ ਸਾਹਿਬ ਨੂੰ ਤਾਂ ਚੰਗੇ ਲੱਗੇ, ਔਰ ਸਿਰਫ ਐਵੇਂ ਹੀ ਅੱਖਰੀ ਤੌਰ 'ਤੇ ਨਹੀਂ, ਇੰਨਾ ਸੀਨੇ ਨਾਲ ਲਾਇਆ। ਇਹਨਾਂ ਦੇ ਸਤਿਕਾਰਯੋਗ ਵੱਡ ਵਡੇਰੇ ਭਾਈ ਹਰਦਾਸ ਸਿੰਘ ਜੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਸੇਵਕ ਸਨ। ਹਾਂਜੀ, ਸ਼ਸਤਰ ਬਣਾਉਂਦੇ ਰਹੇ, ਹੋਰ ਸਾਰਾ ਕੁਝ ਪੋਥੀਆਂ ਵੀ ਲਿਖਦੇ ਰਹੇ, ਕਰਦੇ ਰਹੇ। ਚੇਤਾ ਰੱਖਣਾ, ਜਦੋਂ ਭਾਈ ਹਰਦਾਸ ਜੀ ਦਾ ਨਾਮ ਲਈਦਾ, ਹਰਦਾਸ ਸਿੰਘ ਜੀ ਹੋਰਾਂ ਦਾ, ਇਹ ਹਰਦਾਸ ਸਿੰਘ ਸਨ। ਇੱਕ ਭਾਈ ਹਰਦਾਸ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਸੀ, ਉਹ ਲਿਖਾਰੀ ਵੱਜਦੇ, ਉਹ ਅਲੱਗ ਨੇ। ਭਾਈ ਹਰਦਾਸ ਸਿੰਘ ਬੜੇ ਗਿਆਨੀ ਸਨ। ਭਾਈ ਹਰਦਾਸ ਸਿੰਘ ਹੋਰਾਂ ਦੇ ਸਪੁੱਤਰਾਂ ਦੇ ਵਿੱਚੋਂ ਇੱਕ ਭਾਈ ਭਗਵਾਨ ਸਿੰਘ, ਜਿਨ੍ਹਾਂ ਦਾ ਨਾਮ ਹੀ ਗਿਆਨੀ ਭਗਵਾਨ ਸਿੰਘ ਆਖਿਆ ਜਾਂਦਾ ਹੈ। ਗਿਆਨੀ ਭਗਵਾਨ ਸਿੰਘ ਹੋਰਾਂ ਦੇ ਸਪੁੱਤਰਾਂ ਦੇ ਵਿੱਚੋਂ 4 ਸਪੁੱਤਰਾਂ ਵਿੱਚੋਂ ਇੱਕ ਸਨ ਇਹ ਜੱਸਾ ਸਿੰਘ ਜੀ, ਜਿਹੜੇ 1723 ਵਿੱਚ ਜਨਮੇ। ਇਹ ਜੱਸਾ ਸਿੰਘ ਉਹ ਨੇ ਜਿਨ੍ਹਾਂ ਨੇ ਖਾਲਸੇ ਦੇ ਨਾਲ ਰਲ ਕੇ 1783 ਦੇ ਵਿੱਚ ਲਾਲ ਕਿਲ੍ਹਾ ਫਤਿਹ ਕੀਤਾ, ਖਾਲਸੇ ਨਿਸ਼ਾਨ ਝੁਲਾਇਆ। ਅਤੇ ਕੇਵਲ ਐਵੇਂ ਨਿਸ਼ਾਨ ਹੀ ਨਹੀਂ, ਉੱਥੇ ਝੁਲਾ ਕੇ ਮੁੜ ਕੇ ਆਏ। ਪਹਿਲਾਂ ਵੀ ਨਿਸ਼ਾਨ ਕਹਿੰਦੇ ਨੇ ਝੁਲਾਏ ਗਏ ਸਨ। ਸਿੱਖ ਇਤਿਹਾਸ ਜਦੋਂ ਪੜ੍ਹੀਏ ਨਾ, ਤਾਂ ਕਈ ਪਰਤਾਂ ਖੁੱਲ੍ਹਦੀਆਂ ਨੇ, ਸਾਨੂੰ ਪਤਾ ਹੀ ਨਹੀਂ ਹੈਗਾ। ਕੁਝ ਆਖਦੇ ਨੇ ਸਾਡੇ ਬਜ਼ੁਰਗ ਕਿ 17 ਵਾਰ ਸਿੱਖਾਂ ਨੇ ਦਿੱਲੀ ਜਿੱਤੀ ਹੈ। ਲੇਕਿਨ ਨਾ ਕੋਈ ਐਵੇਂ ਨਾ ਆਖੇ ਬਈ ਇਹ ਗੱਲਾਂ ਹੀ ਮਾਰਦੇ ਨੇ, ਗੱਪਾਂ ਹੀ ਠੋਕਦੇ ਨੇ, ਸਾਰੇ ਗੱਪਾਂ ਹਾਂਕਦੇ ਨੇ। ਜਿਸ ਤਖਤ 'ਤੇ ਬੈਠ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਲਾ ਫਰਮਾਨ ਨਿਕਲਦਾ ਹੈ, ਜਿਸ ਤਖਤ 'ਤੇ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਫਰਮਾਨ ਨਿਕਲਦਾ ਹੈ। ਹਾਂਜੀ, ਅਤੇ ਹੋਰ ਸਾਰੇ ਜ਼ੁਲਮ ਹੋਏ ਖਾਲਸੇ ਦੇ ਉੱਪਰ। ਜਿਸ ਵੇਲੇ ਖਾਲਸੇ ਨੇ ਦਿੱਲੀ ਫਤਿਹ ਕੀਤੀ 1783 ਦੇ ਵਿੱਚ, ਅਤੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਸ ਤਖਤ ਦੀ ਸਿਲ ਹੀ ਪੁੱਟ ਲਈ ਜਿਸ ਸਿਲ ਦੇ ਉੱਪਰ ਤਖਤ ਡਾਹਿਆ ਹੋਇਆ ਸੀ। ਅਤੇ ਸਿਲ ਪਤਾ ਕਿੱਧਰ ਗਈ ਫਿਰ? ਉਹ ਸੰਗਲਾਂ ਦੇ ਨਾਲ ਨਾ ਘੋੜਿਆਂ ਦੇ ਪਿੱਛੇ ਧਰੂ ਕੇ ਉੱਥੋਂ ਲੈ ਕੇ ਖਿੱਚ ਕੇ 6.5 ਫੁੱਟ ਇੱਕ ਪਾਸੇ ਦਾ ਹੁੰਦਾ ਸਾਈਜ਼, ਅਤੇ 4.5 ਫੁੱਟ 4.25 ਫੁੱਟ ਇੱਕ ਪਾਸੇ ਦੀ ਚੌੜਾਈ, ਅਤੇ 9 ਇੰਚ ਮੋਟਾਈ ਉਸ ਦੀ ਲਿਆ ਕੇ ਨਾ ਐਂ ਟਿਲਟ ਕਰਦੀ ਹੋਈ ਟੇਢੀ ਰੱਖ ਕੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਸਥਾਪਿਤ ਕਰ ਦਿੱਤੀ, ਰਾਮਗੜ੍ਹੀਆ ਬੁੰਗੇ ਦੇ ਵਿੱਚ। ਤੁਸੀਂ ਅੱਜ ਵੀ ਜਿੰਨੇ ਆਏ ਹੋ ਨਾ, ਅੰਦਰ ਦਰਸ਼ਨ ਕਰਕੇ ਆਏ ਹੋ, ਧੰਨ ਭਾਗ। ਜੇ ਤੁਸੀਂ ਬੁੰਗੇ ਵਿੱਚ ਨਹੀਂ ਗਏ, ਉਹ ਸਿਲ ਨਹੀਂ ਵੇਖੀ, ਤੇ ਅੱਜ ਵੇਖੋ ਜਾ ਕੇ। ਕੈਸੇ ਸਨ ਸਾਡੇ ਇਹ ਸਿੱਖ ਯੋਧੇ, ਜਿਨ੍ਹਾਂ ਨੂੰ ਯਾਦ ਕਰਨਾ ਸਾਡੇ ਵਾਸਤੇ ਬੜਾ ਜ਼ਰੂਰੀ ਹੈ। ਔਰ ਅੱਜ ਸ਼ਬਦ ਦੇ ਪ੍ਰਸੰਗ ਦੇ ਵਿੱਚ ਸਾਨੂੰ ਯਾਦ ਕਰਨਾ ਕਿੱਡਾ ਜ਼ਰੂਰੀ ਹੈ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਦੇ ਨਾਲ ਜਿਹੜੀਆਂ ਅਖੌਤੀ ਪਛੜੀਆਂ ਜਾਤਾਂ ਸਨ, ਨੀਵੀਆਂ ਜਾਤਾਂ ਸਨ, ਛੋਟੀਆਂ ਜਾਤਾਂ ਸਨ, ਪਛੜੀਆਂ ਸ਼੍ਰੇਣੀਆਂ ਸਨ, ਉਹਨਾਂ ਵਿੱਚੋਂ ਉੱਠੇ ਹੋਏ ਲੋਕਾਂ ਨੇ ਕੈਸੇ ਕੈਸੇ ਚਮਤਕਾਰ ਕੀਤੇ, ਦੁਨੀਆ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਇਵੇਂ ਹੋ ਨਹੀਂ ਸਕਦਾ। ਕਬੀਰ ਕਹਿੰਦੇ ਤੁਹਾਨੂੰ ਅਸਰਜ ਲੱਗਦਾ ਹੋਵੇਗਾ, ਜਿਨ੍ਹਾਂ ਦੇ ਅੰਦਰ ਪਿਆਰ ਹੈ ਨਾ ਪਰਮੇਸ਼ਰ ਦੇ ਵਾਸਤੇ, ਜਿਨ੍ਹਾਂ ਦੇ ਅੰਦਰ ਭਗਤੀ ਹੈ ਨਾ ਪਰਮੇਸ਼ਰ ਦੀ, ਤਾਂ ਕੋ ਅਚਰਜ ਕਾਹੋ। ਜਿਉਂ ਜਲ ਜਲ ਮੈਂ ਪੈਸ ਨਾ ਨਿਕਸੇ, ਤਿਉਂ ਢੁਰ ਮਿਲਿਓ ਜੁਲਾਹੋ। ਜੁਲਾਹਾ ਭੇਦ ਹੋ ਗਿਆ ਸਦਾ ਲਈ। ਮੈਂ ਆਖਾਂਗਾ ਕਰਤਾਰ ਦੇ ਨਾਲ ਜੁੜਨ ਵਾਲਾ, ਕਰਤਾਰ ਦੀ ਸੇਵਾ ਕਰਨ ਵਾਲਾ, ਮਹਾਰਾਜ ਗੁਰੂ
ਰਾਮਦਾਸ ਸਾਹਿਬ ਜੀ ਦੇ ਚਰਨਾਂ ਦੀ ਓਟ ਲੈਣ ਵਾਲਾ, ਸ਼ਰਨ ਵਿੱਚ ਹਰ ਵੇਲੇ ਰਹਿਣ ਵਾਲਾ, ਇਹ ਰਾਮਗੜੀਆ ਬੁੰਗਾ ਬਣਾਉਣ ਵਾਲਾ, ਇਹ ਵੀ ਮਹਾਰਾਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਭੇਦ ਹੋ ਗਿਆ। ਕੁਛ ਆਸ਼ਚਰਜਤਾ ਨਹੀਂ ਹੈ, ਕੁਛ ਆਸ਼ਚਰਜਤਾ ਨਹੀਂ ਹੈ। ਤੇ ਫਿਰ ਸਤਿਕਾਰਯੋਗ ਜੀ ਆਖਦੇ ਨੇ ਜੀ, ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ। ਲੋਕ ਇਹ ਆਖਦੇ ਨੇ ਮੈਂ ਨਿਆਣ ਮੱਤ ਵਾਲਾ ਹਾਂ, ਮੈਂ ਥੋੜ੍ਹੀ ਮੱਤ ਵਾਲਾ ਹਾਂ, ਹਾਂਜੀ ਮੈਂ ਕਮਲੀ ਮੱਤ ਵਾਲਾ ਹਾਂ। ਚਲੋ ਕਹਿ ਲੈਣ ਦਿਓ ਜੀ। ਜੋ ਤਨ ਕਾਸੀ ਤਜਹਿ ਕਬੀਰਾ, ਰਮਈਆ ਕਹਾ ਨਿਹੋਰਾ। ਵਾਹਿਗੁਰੂ ਜੀ ਦਾ ਫਿਰ ਗੁਣ ਕੀ ਹੋਇਆ ਵੀ ਜੇ ਕਾਸ਼ੀ ਵਿੱਚ ਮਰਨ ਕਰਕੇ ਹੀ ਕਿਸੇ ਨੇ ਮੁਕਤ ਹੋਣਾ ਹੈ, ਕਿਸੇ ਵਿਸ਼ੇਸ਼ ਸਥਾਨ 'ਤੇ ਮਰਨ ਕਰਕੇ ਮੁਕਤ ਹੋਣਾ ਹੈ, ਫਿਰ ਵਾਹਿਗੁਰੂ ਜੀ ਦੇ ਰੱਬੀ ਨਾਮ ਦਾ, ਭਗਤੀ ਦਾ, ਬੰਦਗੀ ਦਾ ਮਹੱਤਵ ਕੀ ਰਹਿ ਗਿਆ? ਰਹਾਉ ਕਹਿਤ ਕਬੀਰ ਸੁਨ ਹੋਰੇ ਲੋਈ, ਭਰਮ ਨਾ ਭੁੱਲੋ ਕੋਈ। ਵਾਹਿਗੁਰੂ ਵਾਹਿਗੁਰੂ। ਸੁਣੋ ਰੇ ਲੋਈ, ਇਹ ਜਗਤ ਸੁਣੋ, ਲੋਕੋ ਸੁਣੋ, ਮੇਰੀ ਗੱਲ ਵੱਲ ਧਿਆਨ ਦਿਓ। ਸੁਣੋ ਰੇ ਲੋਈ, ਰੀ ਲੋਈ ਨਹੀਂ ਹੈ, ਉਹਨਾਂ ਦੀ ਪਤਨੀ ਦਾ ਵੀ ਨਾਮ, ਧਰਮ ਪਤਨੀ ਦਾ ਨਾਮ ਵੀ ਲੋਈ ਆਖਿਆ ਜਾਂਦਾ ਹੈ, ਪੜ੍ਹਿਆ ਸੁਣਿਆ ਜਾਂਦਾ ਹੈ, ਪਰ ਇਹ ਪਤਨੀ ਨੂੰ ਸੰਬੋਧਨ ਨਹੀਂ ਹੈ। ਰੀ ਲੋਈ ਨਹੀਂ, ਰੇ ਲੋਈ ਹੈ। ਰੇ ਲੋਈ ਤੋਂ ਭਾਵ ਜਿਵੇਂ ਹੁਣੇ ਸ਼ਬਦ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਸਾਡੇ ਰਾਗੀ ਸਿੰਘ, ਇੱਥੇ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਉਸ ਨੂੰ ਬਿਨਤੀ ਮੇਰੀ। ਅਖੀਰ 'ਤੇ ਜਾ ਕੇ ਕਹਿਤ ਕਬੀਰ ਸੁਣੋ ਰੇ ਲੋਈ ਹੈ, ਉੱਥੇ ਵੀ ਰੀ ਲੋਈ ਨਹੀਂ, ਇੱਥੇ ਵੀ ਸ਼ਬਦ ਵਰਤਿਆ ਗਿਆ ਰੇ ਲੋਈ। ਰੇ ਲੋਗਾ ਦੁਨੀਆ, ਇਹ ਜਗਤ, ਦੁਨੀਆ ਦੇ ਲੋਗੋ ਮੇਰੀ ਗੱਲ ਸੁਣੋ, ਭਰਮ ਨਾ ਭੁੱਲੋ ਕੋਈ, ਕੋਈ ਭਰਮ ਵਿੱਚ ਭਟਕੋ ਨਾ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਕਹਿੰਦੇ ਨੇ ਕੋਈ ਫਰਕ ਨਹੀਂ ਰਹਿ ਜਾਂਦਾ, ਕਾਸ਼ੀ ਕੀ ਹੈ, ਮਗਹਰ ਕੀ ਹੈ, ਕੋਈ ਫਰਕ ਨਹੀਂ ਰਹਿ ਜਾਂਦਾ। ਰਾਮ ਹਿਰਦੈ ਜੋ ਹੋਈ, ਰਾਮ ਹਿਰਦੈ ਜੋ ਹੋਈ। ਜੇ ਤੁਹਾਡੇ ਹਿਰਦੇ ਵਿੱਚ ਪਰਮੇਸ਼ਰ ਹੈ, ਰੱਬੀ ਯਾਦ ਹੈ, ਹਾਂਜੀ, ਤੇ ਫਿਰ ਮੈਂ ਐਂ ਕਹਿ ਲਵਾਂ ਗੱਲ ਨੂੰ ਸਮਝਣ ਲਈ, ਫਿਰ ਪੰਜਾਬ ਦੇ ਵਿੱਚ ਤੇ ਫਿਰ ਪ੍ਰਦੇਸ਼ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਕਿਤੇ ਵੀ ਹੋਵੋ, ਅੰਮ੍ਰਿਤ ਵੇਲੇ ਉੱਠ ਕੇ, ਦਿਹਾੜੀ ਦੇ ਵਿੱਚ ਵੀ, ਡਿਊਰਿੰਗ ਦਾ ਡੇ, ਜਦੋਂ ਤੁਸੀਂ ਅੰਮ੍ਰਿਤ ਬਾਣੀ ਨਾਲ ਜੁੜ ਬੈਠਦੇ ਹੋ ਤੇ ਤੁਹਾਡੀ ਸੁਰਤੀ ਇਸ਼ਨਾਨ ਕਰਦੀ ਤੇ ਫਿਰ ਅੰਮ੍ਰਿਤਸਰ ਵਿੱਚ ਇਸ਼ਨਾਨ ਹੋ ਜਾਂਦਾ ਹੈ। ਐਸਾ ਮਤ ਸੋਚਣਾ ਕਿ ਮੈਂ ਕੋਈ ਫਰਕ ਰੱਖ ਕੇ ਮੈਂ ਕੋਈ ਗੱਲ ਕਰ ਰਿਹਾ। ਮੈਂ ਤਾਂ ਇਸ ਗੱਲ ਦਾ ਉਪਾਸ਼ਕ ਹਾਂ ਤੇ ਆਪ ਵੀ ਮੇਰਾ ਹਮੇਸ਼ਾ ਯਤਨ ਰਹਿੰਦਾ ਹੈ, ਜਦੋਂ ਕਦੀ ਵੀ ਆਓ ਸਾਡੇ ਕੋਲ ਸ਼ਾਨਦਾਰ ਸਰਾਵਾਂ ਹੈਗੀਆਂ ਨੇ, ਜਿਨ੍ਹਾਂ ਨੂੰ ਸਰਾਵਾਂ ਵਿੱਚ ਰਹਿਣਾ ਹੈ, ਕਮਰੇ ਜਿਨ੍ਹਾਂ ਨੂੰ ਮਿਲਦੇ ਨੇ, ਮਿਲ ਗਏ ਨੇ, ਰਹੋ। ਇੱਕ ਦਿਨ ਰਹਿਣਾ ਹੈ, ਵਧੇਰੇ ਰਹਿਣਾ ਹੈ, ਰਹੋ। ਇੱਥੇ ਅੰਦਰ ਸ਼ਾਵਰਜ਼ ਲੱਗੇ ਨੇ, ਹੋਰ ਸਾਰੇ ਇੰਤਜ਼ਾਮ ਹੈਗੇ ਨੇ, ਇਸ਼ਨਾਨ ਕਰਨ ਵਾਲੇ ਕਰ ਲਓ, ਪਰ ਬਈ ਘੱਟੋ ਘੱਟ ਇੱਕ ਵਾਰ ਜ਼ਰੂਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਿਆ ਕਰੋ। ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ। ਇਹਦੇ ਇਤਿਹਾਸਕ ਕਾਰਨ ਨੇ। ਇਹ ਜਲ ਸਧਾਰਨ ਜਲ ਨਹੀਂ ਹੈ, ਇਹ ਅੰਮ੍ਰਿਤ ਸਰੋਵਰ ਸਧਾਰਨ ਸਰੋਵਰ ਨਹੀਂ ਜੇ। ਪਰ ਜਦੋਂ ਸੁਰਤੀ ਦੇ ਇਸ਼ਨਾਨ ਦੀ ਗੱਲ ਆਉਂਦੀ ਹੈ ਤੇ ਫਿਰ ਭਾਵੇਂ ਪੰਜਾਬ ਵਿੱਚ ਬੈਠਾ ਹੋਵੇ, ਭਾਵੇਂ ਕੋਈ ਪ੍ਰਦੇਸ਼ ਵਿੱਚ ਬੈਠਾ ਹੋਵੇ, ਫਿਰ ਤਾਂ ਕੋਈ ਫਰਕ ਨਹੀਂ ਰਹਿ ਜਾਂਦਾ ਨਾ। ਹਾਂਜੀ, ਕਿਆ ਕਾਸ਼ੀ ਕਿਆ ਊਖਰ ਮਗਹਰ ਰਾਮ ਹਿਰਦੈ ਜੋ ਹੋਈ। ਜਿੱਥੇ ਵੀ ਹੋਵੇਗਾ ਸੁਰਤੀ ਦਾ ਇਸ਼ਨਾਨ ਹੋ ਜਾਏਗਾ, ਜੀਵਨ ਮੁਕਤ ਹੋ ਜਾਏਗਾ। ਇੱਕ ਪੌੜੀ ਆਪਾਂ ਵਿਚਾਰ ਲਈਏ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਾਹਕਾਰ ਰਚਨਾ ਆਨੰਦ ਸਾਹਿਬ ਜੋ ਚੱਲ ਰਹੀ ਹੈ, 34 ਪੌੜੀਆਂ ਜਿਹੜੀਆਂ ਨੇ ਵਿਚਾਰੀਆਂ ਜਾ ਚੁੱਕੀਆਂ ਨੇ। ਕੱਲ੍ਹ ਮਾਣਯੋਗ ਮੇਰੇ ਵੀਰ ਭਾਈ ਸਾਹਿਬ ਗਿਆਨੀ ਲਖਵਿੰਦਰ ਸਿੰਘ ਜੀ, ਸਾਡੇ ਮਹਾਨ ਪ੍ਰਚਾਰਕ, ਬੜੇ ਪਿਆਰ ਨਾਲ ਸ਼ਰਵਣ ਕਰਵਾ ਕੇ ਗਏ ਨੇ 34ਵੀਂ ਪੌੜੀ ਦੀ ਵਿਚਾਰ। ਅੱਜ ਆਪਾਂ 35ਵੀਂ ਦੀ ਵਿਚਾਰ ਕਰੀਏ। 33ਵੀਂ ਪੌੜੀ ਜਿਹੜੀ ਹੈ, ਸਤਿਗੁਰੂ ਮਹਾਰਾਜ ਪ੍ਰਕਰਨ ਆਰੰਭ ਕਰਦੇ ਨੇ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋ ਅਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ, ਤਾਂ ਤੂੰ ਜਗ ਮੈਂ ਆਇਆ। ਅਤੇ ਕੱਲ੍ਹ 34 ਦੀ ਵਿਚਾਰ ਕੀਤੀ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰਿ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ,
ਇਸੇ ਖਿਆਲ ਨੂੰ ਸਤਿਗੁਰੂ ਮਹਾਰਾਜ ਅੱਗੇ ਲੈ ਕੇ ਤੁਰਦੇ ਨੇ ਅਤੇ ਫਰਮਾਨ ਕਰਦੇ ਨੇ। ਕੀ ਸੰਬੋਧਨ ਕਰਦੇ ਨੇ ਜੀ? ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ। ਹੇ ਮੇਰੇ ਸਰੀਰ, ਇਸ ਜਗਤ ਵਿੱਚ ਆ ਕੇ ਕਿਆ ਤੁਧ ਕਰਮ ਕਮਾਇਆ, ਤੂੰ ਕੀ ਕਰਮ ਕਮਾਇਆ। ਹੁਣ ਆਮ ਤੌਰ 'ਤੇ ਸਿੱਧੇ ਜਿਹਾ ਅਰਥ ਇਵੇਂ ਕੀਤਾ ਜਾਵੇਗਾ, ਲੇਕਿਨ ਧਿਆਨ ਰੱਖਣਾ ਜਿੱਥੇ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਨਾ, ਕਿਆ ਤੁਧ ਕਰਮ ਕਮਾਇਆ, ਤੇ ਕਰਮ ਦਾ ਮਮਾ ਮੁਕਤਾ ਹੈ। ਇੱਥੇ ਇੱਕ ਕਰਮ ਦੀ ਬਾਤ ਨਹੀਂ ਹੋ ਰਹੀ, ਇੱਕ ਤੋਂ ਵਧੇਕ ਕਰਮਾਂ ਦੀ ਬਾਤ ਹੋ ਰਹੀ ਹੈ। ਕਿਹੜੇ ਕਰਮਾਂ ਦੀ ਬਾਤ ਹੋ ਰਹੀ ਹੈ? ਉਹ ਕਰਮ ਜਿਹੜੇ ਅਸੀਂ ਕਰਮ ਕਰਦੇ ਫਿਰਦੇ ਹਾਂ ਸਾਰੀ ਦਿਹਾੜੀ, ਜਿਹੜੇ ਅਸੀਂ ਧੰਦੇ ਕਮਾਉਂਦੇ ਫਿਰਦੇ ਹਾਂ ਕਿਸੇ ਵੀ ਰੂਪ ਦੇ ਵਿੱਚ, ਭਾਵੇਂ ਧਾਰਮਿਕ ਤੌਰ 'ਤੇ ਨੇ ਭਾਵੇਂ ਸੰਸਾਰਕ ਤੌਰ 'ਤੇ ਨੇ, ਪਰ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ ਜਿਸ ਪਾਸੇ ਨੂੰ ਸਤਿਗੁਰੂ ਮਹਾਰਾਜ ਸਾਡਾ ਧਿਆਨ ਦਿਵਾਉਂਦੇ ਨੇ। ਅੱਗੇ ਚੱਲ ਕੇ ਸਪਸ਼ਟ ਕਰਦੇ ਨੇ ਕੀ ਜੀ ਆਖਿਆ। ਹਾਂਜੀ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਕੇ ਕਰਮ ਕਮਾਇਆ ਤੁਧ ਸਰੀਰਾ, ਤੂੰ ਕੀ ਕਰਮ ਕੀਤੇ ਐ ਮੇਰੇ ਸਰੀਰ ਪਿਆਰਿਆ ਭਲਿਆ। ਜਾ ਤੂੰ ਜਗ ਮੈਂ ਆਇਆ, ਜਦੋਂ ਕਰਤਾਰ ਨੇ ਤੈਨੂੰ ਭੇਜਿਆ ਮਨੁੱਖਾ ਸਰੀਰ ਦੇ ਕੇ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਨ ਹਰ ਤੇਰਾ ਰਚਨ ਰਚਿਆ, ਜਿਸ ਕਰਤਾਰ ਨੇ ਤੇਰੀ ਰਚਨਾ ਰਚੀ, ਸੋ ਹਰਿ ਮਨ ਨਾ ਵਸਾਇਆ। ਭਾਵ ਤੇਰੀ ਉਹ ਧਰਮ ਬਿਰਤੀ ਨਾ ਬਣੀ, ਉਸ ਦੇ ਨਾਲ ਤੂੰ ਨਾ ਜੁੜਿਆ, ਕੰਮ ਕਰਦਾ ਰਿਹਾ, ਧੰਦੇ ਕਰਦਾ ਰਿਹਾ, ਸਭ ਕੁਝ ਕਰਦਾ ਰਿਹਾ। ਤੇ ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਵਰਗੇ ਬੋਲ ਪਏ, ਕਹਿੰਦੇ ਨੇ ਸਤਿਕਾਰ ਕਰਦਾ ਹੀ ਤੂੰ ਸੈਂਕੜੇ ਇਹੋ ਜਿਹਾ ਕੰਮ ਪਿਆ ਰੋਜ਼ ਕਰਦਾ ਹੈ ਕਿ ਨੇ ਆਇਦ ਬਕਾਰੇ ਤੋਂ ਜਿਹੜੇ ਤੇਰੇ ਕਿਸੇ ਕੰਮ ਨਹੀਂ ਆਉਣ ਵਾਲੇ। ਗੋਇਆ ਬਕੁਨ ਨੰਦ ਲਾਲਾ ਕਰ ਕਿ ਬਾਜ਼ ਆਇਦ ਬਕਾਰ ਉਮਰ। ਐ ਕੰਮ ਕਰ, ਧਰਮ ਬਿਰਤੀ ਵਾਲਾ ਕੰਮ ਕਰ, ਧਰਮ ਨੂੰ ਅੱਗੇ ਰੱਖ ਕੇ ਕੰਮ ਕਰ, ਪਰਮੇਸ਼ਰ ਵਾਹਿਗੁਰੂ ਜੀ ਦੇ ਧਿਆਨ ਵਿੱਚ ਰਹਿ ਕੇ ਕੰਮ ਕਰ ਕਿ ਬਾਜ਼ ਆਇਦ ਬਕਾਰ ਉਮਰ। ਤੇਰਾ ਅੱਜ ਦਾ ਕੀਤਾ ਹੋਇਆ ਕੰਮ ਸਾਰੀ ਉਮਰ ਤੇਰੇ ਕੰਮ ਆਵੇ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਸਾਡਾ ਧਿਆਨ ਦਿਵਾ ਰਹੇ ਨੇ ਜੀ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿੰਦੇ ਨੇ ਆਮ ਬੰਦੇ ਭਟਕਦੇ ਰਹਿੰਦੇ ਨੇ ਭਰਮਾਂ ਦੇ ਵਿੱਚ, ਜਿਨ੍ਹਾਂ ਤੇ ਕਰਤਾਰ ਕਿਰਪਾ ਕਰਦਾ ਹੈ। ਗੁਰ ਪ੍ਰਸਾਦੀ ਹਰਿ ਮਨ ਵਸਿਆ, ਗੁਰਮਤਿ ਅਨੁਸਾਰ ਜਦੋਂ ਸਤਿਗੁਰਾਂ ਨਾਲ ਪਿਆਰ ਕਰਦੇ ਨੇ, ਗੁਰੂ ਸਾਹਿਬ ਧਿਆਨ ਦਿਵਾਉਂਦੇ ਨੇ, ਫਿਰ ਹਰੀ ਦੇ ਨਾਲ ਜੁੜਦੇ ਨੇ, ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਯਾਦ ਵਸਦੀ ਹੈ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਕਹਿੰਦੇ ਨੇ ਬੰਦਾ ਉਹ ਬੰਦਾ ਆਇਆ, ਉਹਨਾਂ ਦਾ ਸਫਲ ਸਰੀਰ, ਉਹਨਾਂ ਦਾ ਮਨੁੱਖੀ ਸਰੀਰ ਪ੍ਰਵਾਨ, ਉਹਨਾਂ ਦਾ ਸਰੀਰ ਹੋਇਆ। ਕਿਹਨਾਂ ਦਾ? ਇੱਕ ਬਿਨਾਂ ਰਸਨਾ ਪਵਿੱਤਰ ਕਰੋ, ਫਟਾਫਟ ਆਪਾਂ ਕਹਿ ਲਈਏ। ਜਿਨ ਸਤਿਗੁਰ ਸਿਉ ਚਿਤ ਲਾਇਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਜਿਨ ਸਤਿਗੁਰ ਸਿਉ। ਅੱਜ ਦਾ ਸੰਦੇਸ਼ ਹੈ ਗੁਰੂ ਪਾਤਸ਼ਾਹ ਦਾ, ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ। ਅੱਜ ਦਾ ਸੰਦੇਸ਼ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ। ਜਿਤਨੇ ਵੀ ਅਸੀਂ ਆਏ ਹਾਂ, ਜੁੜੇ ਹਾਂ, ਘਰਾਂ ਵਿੱਚ ਬੈਠੇ ਹਾਂ, ਸਰਵਣ ਕਰ ਰਹੇ ਹਾਂ, ਮੈਂ ਕਾਮਨਾ ਕਰਦਾ ਇਹ ਪਾਤਸ਼ਾਹ ਜੀ ਦਾ ਉਪਦੇਸ਼ ਹਿਰਦੇ ਵਿੱਚ ਵਸ ਜਾਏ। ਮਾਤਾ ਸੁੰਦਰੀ ਜੀ ਹੋਰਾਂ ਦਾ ਵੀ ਕੱਲ੍ਹ ਜਨਮ ਦਿਨ ਸੀ, ਮੈਂ ਸਭਨਾਂ ਨੂੰ ਮੁਬਾਰਕਾਂ ਦਿੰਦਾ। ਜੱਸਾ ਸਿੰਘ ਰਾਮਗੜੀਆ ਮਹਾਰਾਜੇ ਦਾ ਜਨਮ ਦਿਨ ਸੀ ਕੱਲ੍ਹ, ਮੈਂ ਸਭਨਾਂ ਨੂੰ ਮੁਬਾਰਕਾਂ ਦਿੰਦਾ। ਕਰਤਾਰ ਕਿਰਪਾ ਕਰੇ ਅਸੀਂ ਸਾਰੇ ਗੁਰੂ ਵਾਲੇ ਬਣ ਕੇ ਚੱਲੀਏ, ਪਰਮੇਸ਼ਰ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਭੁੱਲਾਂ ਦੀ ਖਿਮਾ ਬਖਸ਼ਿਓ ਜੇ। ਸਭਨਾਂ ਦਾ ਧੰਨਵਾਦ ਕਰਦਾ ਹੋਏ ਮੈਂ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ 'ਤੇ ਗੁਰਬਾਣੀ, ਸ਼ਬਦ ਕੀਰਤਨ ਅਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।